हाँ जी विद्यार्थियों, स्वागत है तुहाडा इस वीडियो ਦੇ ਵਿੱਚ। मैं सतनाम सिंह तुहाडा दोस्त ਅਤੇ ਤੁਹਾਡਾ ਅਧਿਆਪਕ ਸੋ ਇੱਕ ਵਾਰ ਫਿਰ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਸਾਹਮਣੇ ਰੂਬਰੂ ਹੋਇਆ ਹਾਂ। ਵਿਦਿਆਰਥੀਓ, ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਦੂਜੇ ਨਾਲ ਵੀ ਸਾਂਝਾ ਕਰੋ। ਸੋ ਵਿਦਿਆਰਥੀਓ, ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ ਸਤਿਗੁਰੂ ਨਾਨਕ ਪ੍ਰਗਟਿਆ। ਜਿਵੇਂ ਕਿ ਪਹਿਲਾਂ ਹੀ ਮੈਂ ਤੁਹਾਨੂੰ ਕਲੀਅਰ ਕਰ ਚੁੱਕਿਆ ਕਿ ਇਸ ਪੋਇਮ ਦੇ ਵਿੱਚੋਂ ਭਾਵ ਜੋ ਸਤਿਗੁਰੂ ਨਾਨਕ ਪ੍ਰਗਟਿਆ ਤੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਇਹਨਾਂ ਦੇ ਵਿੱਚੋਂ 3 ਪ੍ਰਸ਼ਨ ਪੁੱਛੇ ਜਾਣਗੇ ਤੁਹਾਨੂੰ ਇੱਕ ਅੰਕ ਵਾਲੇ। MCQ ਚ ਨਹੀਂ ਹੋਏਗਾ, ਤੁਹਾਨੂੰ ਲਿਖਣਾ ਪਏਗਾ। ਤੁਹਾਨੂੰ 2 ਸ਼ਬਦਾਂ 'ਚ ਲਿਖਣਾ ਪਵੇ, 4 ਸ਼ਬਦਾਂ 'ਚ ਜਾਂ ਇੱਕ ਲਾਈਨ ਦੇ ਵਿੱਚ। 1 ਅੰਕ ਦਾ ਪ੍ਰਸ਼ਨ ਹੋਏਗਾ। ਸੋ ਆਪਾਂ ਉਸੇ ਤਰੀਕੇ ਦੇ ਨਾਲ ਹੀ ਉਹਨਾਂ ਦੀ ਤਿਆਰੀ ਕਰਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਲੇਖਕ ਬਾਰੇ, ਭਾਈ ਗੁਰਦਾਸ ਜੀ ਬਾਰੇ। ਸਤਿਗੁਰੂ ਨਾਨਕ ਪ੍ਰਗਟਿਆ ਬੇਟਾ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਲੇਖਕ ਬਾਰੇ ਗੱਲ ਕਰਦੇ ਹਾਂ, ਫਿਰ ਆਪਾਂ ਸ਼ਬਦ ਬਾਰੇ ਗੱਲ ਕਰਾਂਗੇ। ਭਾਈ ਗੁਰਦਾਸ ਜੀ ਦਾ ਜਨਮ ਜਿਹੜਾ ਸੀ ਭੱਲਾ ਘਰਾਣੇ ਦੇ ਵਿੱਚ ਹੋਇਆ 1559 ਈਸਵੀ ਵਿੱਚ। ਮੇਨ ਗੱਲਾਂ ਕਰਾਂਗੇ ਆਪਾਂ ਇਹਨਾਂ ਦੀਆਂ। ਪਿਤਾ ਦਾ ਨਾਮ ਈਸ਼ਰਦਾਸ ਜੀ, ਭਾਈ ਗੁਰਦਾਸ ਜੀ ਦੇ ਅਮਰਦਾਸ ਜੀ ਦੇ ਭਤੀਜੇ ਸੀ। ਤੀਸਰੇ ਗੁਰੂ ਸਾਹਿਬਾਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਸੀ ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਕਿ ਸੰਸਕ੍ਰਿਤ, ਬ੍ਰਿਜ ਭਾਸ਼ਾ, ਫਾਰਸੀ ਅਤੇ ਪੰਜਾਬੀ ਦਾ ਚੋਖਾ ਮਤਲਬ ਬਹੁਤ ਗਿਆਨ ਸੀ। ਆਪ ਜੀ ਦਾ ਮੁੱਢਲਾ ਜੀਵਨ ਜਿਹੜਾ ਸੀ, ਸਟਾਰਟਿੰਗ ਦਾ ਜਿਹੜਾ ਜੀਵਨ ਸੀ, ਬਚਪਨ ਦਾ ਜੀਵਨ ਜਿਹਨੂੰ ਆਪਾਂ ਕਿਹਾ ਜਾ ਸਕਦਾ, ਉਹ ਗੋਇੰਦਵਾਲ ਵਿਖੇ ਸੁਲਤਾਨ ਅਤੇ ਸੁਲਤਾਨਪੁਰ ਲੋਧੀ ਵਿੱਚ ਬਤੀਤ ਹੋਇਆ। ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਭਾਈ ਗੁਰਦਾਸ ਜੀ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਡਿਊਟੀ ਲਗਾਈ ਸੀ, ਜਿਸ ਕਰਕੇ ਆਪ ਆਗਰਾ, ਬਨਾਰਸ ਅਤੇ ਉਜੈਨ ਆਦਿ ਕਈ ਥਾਵਾਂ ਦੇ ਉੱਤੇ ਯਾਤਰਾ ਆਪਨੇ ਕੀਤੀ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੋ ਸਿੱਖ ਧਰਮ ਦਾ ਮੇਨ ਮੁੱਖ ਗ੍ਰੰਥ ਮੰਨਿਆ ਜਾਂਦਾ ਹੈ, ਸਾਰਿਆਂ ਦੀ ਸ਼ਰਧਾ ਉਹਦੇ ਵਿੱਚ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਸ ਦਾ ਸੰਪਾਦਨ ਕਰਵਾਇਆ ਗਿਆ ਸੀ ਤੇ ਭਾਈ ਗੁਰਦਾਸ ਜੀ ਮੇਨ ਲਿਖਾਰੀ ਸੀ। ਸੋ ਭਾਈ ਗੁਰਦਾਸ ਜੀ ਨੇ ਆਦਿ ਗ੍ਰੰਥ ਦੀ ਲਿਖਤ ਵਿੱਚ 19 ਸਾਲ ਅਣਥੱਕ ਮਿਹਨਤ ਕੀਤੀ ਸੀ। 1604 ਈਸਵੀ ਦੇ ਵਿੱਚ ਇਹ ਗ੍ਰੰਥ ਸੰਪੂਰਨ ਹੋਇਆ ਸੀ, ਮੁਕੰਮਲ ਹੋਇਆ ਸੀ, ਜਿਸ ਦੀ ਪਹਿਲੀ ਕਾਪੀ ਸ਼੍ਰੀ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਦੇ ਵਿੱਚ ਸੁਸ਼ੋਭਿਤ ਕੀਤੀ ਸੀ ਤੇ ਪਹਿਲੇ ਜਿਹੜੇ ਹੈੱਡ ਗ੍ਰੰਥੀ ਸੀ ਉਹ ਭਾਈ ਬੁੱਢਾ ਜੀ ਸੀ। ਸੋ ਭਾਈ ਗੁਰਦਾਸ ਜੀ ਨੇ 912 ਪੌੜੀਆਂ ਵਾਲੀਆਂ 40 ਵਾਰਾਂ ਲਿਖੀਆਂ। ਕਿੰਨੀਆਂ ਵਾਰਾਂ ਲਿਖੀਆਂ? 40। ਵਾਰਾਂ ਕੀ ਹੁੰਦਾ? ਬਹਾਦਰੀ ਦੇ ਗੀਤ, ਸੋਹਲੇ ਜਿਹੜੇ ਹੁੰਦੇ ਆ, ਜਿਵੇਂ ਚੰਡੀ ਦੀ ਵਾਰ, ਠੀਕ ਹੈ। ਸੋ ਭਾਈ ਗੁਰਦਾਸ ਨੇ 556 ਕਵਿਤ ਸਵਈਏ ਬ੍ਰਜ ਭਾਸ਼ਾ ਵਿੱਚ ਲਿਖੇ। ਵਾਰਾਂ ਵਿੱਚ ਭਾਈ ਗੁਰਦਾਸ ਜੀ ਨੇ ਜਿੱਥੇ ਗੁਰਬਾਣੀ ਦੇ ਸਿਧਾਂਤਾਂ ਨੂੰ ਵਿਸਤਾਰ ਨਾਲ ਸਮਝਾਇਆ, ਭਾਵ ਗੁਰਬਾਣੀ ਦੇ ਕੀ ਸਿਧਾਂਤ ਹੁੰਦੇ ਨੇ ਉਹਨਾਂ ਨੂੰ ਵਿਸਤਾਰ ਨਾਲ ਐਕਸਪਲੇਨ ਕੀਤਾ ਸੀਗਾ ਉਹਨਾਂ ਨੂੰ, ਉੱਥੇ ਹੀ ਉਹਨਾਂ ਨੇ ਸਦਾਚਾਰ ਦੀ ਸਿੱਖਿਆ ਵੀ ਦਿੱਤੀ ਸੀ। ਸਦਾਚਾਰਤਾ ਦੀ ਗੱਲ ਕੀਤੀ ਗਈ ਹੈ। ਆਪ ਜੀ ਦੀ ਇੱਥੇ ਪਹੁੰਚ ਕਰਕੇ, ਭਾਵ ਇਸੇ ਕਾਬਲੀਅਤ ਕਰਕੇ ਆਪ ਜੀ ਦੀ ਰਚਨਾ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਭਾਵ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਆਖਿਆ ਜਾਂਦਾ ਹੈ। ਕੀ? ਜਿਹਦੇ ਨਾਲ ਕਿ ਜਿੰਦਾ ਖੁੱਲ ਜਾਂਦਾ ਹੈ, ਤੁਹਾਨੂੰ ਗੁਰਬਾਣੀ ਦੇ ਵਿੱਚ ਕੀ ਹੈ ਸਾਰਾ ਕੁਝ ਪਤਾ ਚੱਲ ਜਾਂਦਾ ਹੈ। 1637 ਈਸਵੀ ਦੇ ਵਿੱਚ ਆਪ ਜੀ ਅਕਾਲ ਚਲਾਣਾ ਕਰ ਗਏ ਸੀ ਤੇ ਆਪ ਜੀ ਦਾ ਸੰਸਕਾਰ ਜਿਹੜਾ ਹੈ ਸਿੱਖਾਂ ਦੇ 6ਵੇਂ ਗੁਰੂ ਸਾਹਿਬਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ ਸੀ। ਸੋ ਸੰਸਕਾਰ ਅਕਾਲ ਚਲਾਣਾ 1637 ਈਸਵੀ ਦੇ ਵਿੱਚ ਅਤੇ ਜਨਮ 1559 ਈਸਵੀ ਦੇ ਵਿੱਚ। ਸੋ ਹੁਣ ਆਪਾਂ ਇਹਨਾਂ ਦੇ ਬਾਰੇ, ਜਿਹੜੀ ਭਾਈ ਗੁਰਦਾਸ ਜੀ ਦੀ ਰਚਨਾ ਸਤਿਗੁਰੂ ਨਾਨਕ ਪ੍ਰਗਟਿਆ, ਉਹਦੇ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਧਿਆਨ ਦਿਓ ਬੇਟਾ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਸ਼ਬਦ ਤੁਸੀਂ ਸੁਣਿਆ ਵੀ ਹੋਏਗਾ, YouTube ਦੇ ਉੱਤੇ ਸੁਣ ਲੈਣਾ, ਸਮਝਣ ਦੇ ਵਿੱਚ ਵੀ ਬਹੁਤ ਆਸਾਨੀ ਹੋ ਜਾਏਗੀ। ਇਹਦੇ ਵਿੱਚ ਭਾਈ ਗੁਰਦਾਸ ਜੀ ਨੇ ਇੱਕ ਗੱਲ ਦੱਸੀ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ, ਪਹਿਲਾਂ ਧਿਆਨ ਦਿਓ ਇੱਧਰ, ਧਿਆਨ ਦਿਓ ਕੀ ਕਹਿਣਾ ਚਾਹ ਰਿਹਾ, ਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਦੋਂ ਅਗਿਆਨਤਾ ਦਾ ਬਹੁਤ ਹਨੇਰਾ ਸੀ। ਇਹ ਨਹੀਂ ਕਿ ਇੱਥੇ ਹੁਣ ਲਾਈਟ ਜਗਦੀ ਹੈ, ਬਲਬ ਬੁਝਾ ਦਿੱਤਾ ਤੇ ਜੀ ਚਾਨਣ ਹੋਇਆ ਤੇ ਜੀ ਲਾਈਟ ਜਗ ਗਈ। ਨੋ, ਧੁੰਦ ਕਾਹਦੀ ਸੀਗੀ? ਧੁੰਦ ਮਤਲਬ ਅਗਿਆਨਤਾ ਦਾ ਹਨੇਰਾ ਸੀ ਤੇ ਚਾਨਣ ਕਾਹਦਾ ਹੋਇਆ? ਗਿਆਨਤਾ। ਭਾਵ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਦੇ ਆਸੇ ਪਾਸੇ ਬਹੁਤ ਸਾਰੇ ਲੋਕ ਜਿਹੜੇ ਸੀਗੇ ਰੀਤਾਂ ਰਿਵਾਜਾਂ ਰਸਮਾਂ ਦੇ ਵਿੱਚ, ਪਖੰਡਾਂ ਦੇ ਵਿੱਚ ਪਏ ਹੋਏ ਸੀ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਕਹਿੰਦੇ ਨੇ ਕਿ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਸੋ ਉਸ ਸੰਦਰਭ ਦੇ ਵਿੱਚ ਹੀ ਲੈਣਾ। ਹੁਣ ਆਪਾਂ ਲਾਈਨ ਟੂ ਲਾਈਨ ਗੱਲ ਕਰਦੇ ਹਾਂ। ਇਹ ਆਖਰੀ ਨੇ ਕਹਿੰਦੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਕਹਿੰਦੇ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਆਸ ਪਾਸ ਜਿਹੜਾ ਸੀ ਅਗਿਆਨਤਾ ਦਾ ਹਨੇਰਾ ਸੀ, ਲੋਕ ਰੂੜੀਆਂ ਦੇ ਵਿੱਚ ਰੂੜੀਵਾਦੀ ਹੋਏ ਸਨ, ਠੀਕ ਹੈ। ਸੋ ਗੁਰੂ ਨਾਨਕ ਦੇ ਜਨਮ ਤੋਂ ਬਾਅਦ ਗਿਆਨ ਦਾ ਜਿਹੜਾ ਸੀ ਚਾਨਣ ਹੋ ਗਿਆ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਰੋਆ। ਭਾਵ ਜਿਵੇਂ ਸੂਰਜ ਨਿਕਲਦੇ ਸਾਰ ਹੀ ਤੁਹਾਨੂੰ ਜਿਹੜਾ ਹੈ ਸਿਤਾਰੇ ਜਿਹੜੇ ਹੈਗੇ ਆ, ਤਾਰੇ ਜਿਹੜੇ ਆ ਲੁਕ ਜਾਂਦੇ ਨੇ, ਉਵੇਂ ਹੀ ਅਗਿਆਨਤਾ ਦੂਰ ਹੋ ਗਈ ਤੇ ਗਿਆਨ ਦਾ ਚਾਨਣ ਸਾਰਿਆਂ ਦੇ ਸਾਹਮਣੇ ਆ ਗਿਆ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਪੀਤੀ ਧਰੋਆ।
ਕਿਵੇਂ ਹੋਇਆ? ਜਿਵੇਂ ਮੰਨ ਲਓ ਕਿ ਸ਼ੇਰ ਦੇ ਗਰਜਾਉਣ ਦੇ ਨਾਲ, ਸ਼ੇਰ ਦਾ ਹਾੜ ਮਾਰਦਾ ਨਾ, ਤਾਂ ਹਿਰਨਾਂ ਦਾ ਡਾਰ, ਮਿਰਗਾਵਲੀ ਹਿਰਨਾਂ ਦੀ ਡਾਰ ਜਿਹੜੀ ਹੈਗੀ ਆ, ਸ਼ੇਰ ਦੀ ਦਹਾੜਨ ਦੇ ਨਾਲ ਜਿਵੇਂ ਮਿਰਗਾਵਲੀ ਜਿਹੜੀ ਹੈਗੀ ਆ ਭੱਜ ਜਾਂਦੀ ਹੈ, ਉਵੇਂ ਹੀ ਅਗਿਆਨਤਾ ਦਾ ਹਨੇਰਾ ਜਿਹੜਾ ਸੀ ਦੂਰ ਹੋ ਗਿਆ। ਉਸ ਤੋਂ ਬਾਅਦ ਇਹ ਗੱਲ ਕਹੀ ਗਈ ਹੈ ਕਿ ਜਿੱਥੇ ਬਾਬਾ ਪੈਰ ਧਰੇ, ਭਾਵ ਜਿੱਥੇ ਜਿੱਥੇ ਬਾਬਾ ਜੀ ਗਏ, ਪੈਰ ਧਰੇ ਮਤਲਬ ਜਿੱਥੇ ਜਿੱਥੇ ਬਾਬਾ ਜੀ ਆਪ ਗਏ, ਪੂਜਾ ਆਸਣ ਥਾਪਣ ਸੋਹਾ, ਉੱਥੇ ਪੂਜਾ ਦੇ ਸਥਾਨ ਬਣ ਗਏ, ਉੱਥੇ ਬਾਬਾ ਜੀ ਨੂੰ ਪੂਜਿਆ ਜਾਣ ਲੱਗ ਗਿਆ। ਸਿੱਧ ਆਸਣ, ਸਿੱਧ ਭਾਵ ਜਿਹੜੇ ਤੁਹਾਨੂੰ ਪਤਾ ਹੈ ਕਿ ਪਹਿਲਾਂ ਸਿੱਧ ਗੋਸ਼ਟੀ ਦੇ ਨਾਮ ਦੇ ਉੱਤੇ ਵੀ ਬਾਬਾ ਜੀ ਦੀ ਜਿਹੜੀ ਹੈ ਰਚਨਾ ਗੁਰੂ ਨਾਨਕ ਦੇਵ ਜੀ ਦੀ ਹੈਗੀ। ਸਿੱਧਾਂ ਦੇ ਜਿਹੜੇ ਆਸਣ ਸੀਗੇ, ਜਿਹੜੇ ਆਪਣੇ ਆਪ ਨੂੰ ਸਿੱਧ ਕਹਿੰਦੇ ਸੀ, ਉਹ ਸਭ ਗੁਰੂ ਨਾਨਕ ਦੇ ਨਾਮ ਦੇ ਨਾਲ ਚੇਂਜ ਹੋ ਗਏ, ਰੀਨੇਮਡ ਹੋ ਗਏ। ਕਿਹਦੇ ਨਾਮ ਤੇ? ਗੁਰੂ ਨਾਨਕ ਦੇ ਨਾਮ ਤੇ। ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ, ਭਾਵ ਜਿੰਨੇ ਵੀ ਸਿੱਧਾਂ ਦੇ ਆਸਣ ਸੀ ਸਾਰੇ ਦੇ ਸਾਰੇ ਗੁਰੂ ਨਾਨਕ ਦੇ ਨਾਮ ਦੇ ਨਾਲ ਬਦਲ ਗਏ, ਉਹ ਸਾਰੇ ਗੁਰੂ ਨਾਨਕ ਦੇ ਆਸਣ ਬਣ ਗਏ। ਉਸ ਤੋਂ ਬਾਅਦ ਕੀ ਹੋਇਆ? ਬਾਬਾ ਨਾਨਕ ਦੇ ਜਨਮ ਤੋਂ ਬਾਅਦ ਜਦੋਂ ਬਾਬਾ ਜੀ ਜਾਣ ਲੱਗ ਗਏ, ਲੋਕਾਂ ਦੇ ਗਿਆਨ ਦਾ ਹਨੇਰਾ ਜਿਹੜਾ ਹੈਗਾ, ਆਪਣੇ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨਤਾ ਦਾ ਚਾਨਣ ਦਿੱਤਾ, ਭਾਵ ਗਿਆਨ ਦੇਣ ਲੱਗ ਗਏ, ਲੋਕਾਂ ਨੂੰ ਨੌਲੇਜ ਦੇਣ ਲੱਗ ਗਏ, ਲੋਕਾਂ ਨੂੰ ਸਮਝ ਦੇਣ ਲੱਗ ਗਏ। ਠੀਕ ਹੈ, ਜਿਹੜੇ ਘਰੇ ਗਏ ਉੱਥੇ ਧਰਮਸ਼ਾਲਾ ਬਣ ਗਈ ਤੇ ਉੱਥੇ ਕੀਰਤਨ ਹੋਣ ਲੱਗ ਗਿਆ। ਸਦਾ ਵਿਸਵਾ ਭਾਵ ਜਿਵੇਂ ਵਿਸਾਖੀ ਦੇ ਉੱਤੇ ਹੁੰਦਾ ਹੈ, ਜਿਵੇਂ ਸਦਾ ਵਿਸਾਖੀ ਹੋਵੇ ਉਸੇ ਤਰੀਕੇ ਦੇ ਨਾਲ ਜਿੱਥੇ ਜਿੱਥੇ ਜਿਹੜੇ ਘਰ ਦੇ ਵਿੱਚ ਵੀ ਬਾਬਾ ਨਾਨਕ ਗਏ ਉਹ ਧਰਮਸਾਲ ਬਣ ਗਈ, ਭਾਵ ਧਰਮਸਾਲ ਇਨ ਦਾ ਸੈਂਸ ਬਿਫੋਰ ਦਿਸ ਟਾਈਮ। ਹੁਣ ਗੁਰਦੁਆਰਾ ਸਾਹਿਬ ਨੇ, ਇਸ ਤੋਂ ਪਹਿਲਾਂ ਧਰਮਸ਼ਾਲਾ ਹੁੰਦੀ ਸੀ। ਠੀਕ ਹੈ, ਉਸ ਤੋਂ ਬਾਅਦ ਹੀ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਸ਼ੋਭਿਤ ਹੋਏ ਬਣੇ। ਜਿੱਥੇ ਜਿਹੜੇ ਘਰ ਦੇ ਵਿੱਚ ਬਾਬਾ ਨਾਨਕ ਦੇਵ ਜੀ ਗਏ ਉਹ ਧਰਮਸ਼ਾਲਾ ਬਣ ਗਈ ਅਤੇ ਉੱਥੇ ਕੀਰਤਨ ਹੋਣ ਲੱਗ ਗਿਆ ਸਦਾ। ਵਿਸੋਆ ਮਤਲਬ ਜਿਵੇਂ ਵਿਸਾਖੀ ਹੋਵੇ। ਬਾਬੇ ਤਾਰੇ ਚਾਰ ਚੱਕ, ਬਾਬੇ ਤਾਰੇ ਮਤਲਬ ਤਾਰ ਦਿੱਤੇ, ਤਰ ਕੇ ਚਲੇ ਗਏ, ਭਾਵ ਡੁੱਬੇ ਨਹੀਂ। ਚਾਰੇ ਚੱਕ ਮਤਲਬ ਚਾਰੇ ਦਿਸ਼ਾਵਾਂ ਨੂੰ ਤਾਰ ਦਿੱਤਾ। ਕਾਹਦੇ ਨਾਲ? ਆਪਣੀ ਗਿਆਨ ਦੇ ਨਾਲ। 9 ਖੰਡ ਪ੍ਰਿਥਵੀ ਸੱਚਾ ਢੋਆ, ਚਾਰੇ ਦਿਸ਼ਾਵਾਂ ਅਤੇ ਪ੍ਰਿਥਵੀ ਦੇ 9 ਖੰਡਾਂ ਦੇ ਵਿੱਚ ਗੁਰੂ ਨੇ ਗਿਆਨ ਦਾ ਪ੍ਰਕਾਸ਼ ਫੈਲਾ ਦਿੱਤਾ, ਭਾਵ ਹਰ ਜਗ੍ਹਾ ਦੇ ਉੱਤੇ ਗੁਰੂ ਜੀ ਨੇ ਆਪਣੀ ਲੌਜਿਕ ਦੇ ਨਾਲ ਗਿਆਨ ਦੇ ਕੇ ਲੋਕਾਂ ਨੂੰ ਅਗਿਆਨਤਾ ਤੋਂ ਦੂਰ ਕਰ ਦਿੱਤਾ। ਲਾਸਟ 'ਚ ਗੁਰਮੁਖ ਕਲ ਵਿੱਚ ਪ੍ਰਗਟ ਹੋਇਆ। ਕਲ ਮਤਲਬ ਕਾਲ, ਭਾਵ ਇਸ ਕਲਯੁਗ ਦੇ ਵਿੱਚ ਗੁਰੂ ਜੀ ਜਿਹੜੇ ਹੈਗੇ ਆ ਪ੍ਰਗਟ ਹੋਏ। ਵਾਰ ਪਹਿਲੀ ਪੌੜੀ 27ਵੀਂ। ਸੋ ਐਟ ਦਾ ਐਂਡ ਮੈਂ ਇਹੀ ਗੱਲ ਕਹੂੰਗਾ, ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਦੋਂ ਜਨਮ ਹੋਇਆ ਉਦੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਕੇ ਗਿਆਨਤਾ ਦਾ ਚਾਨਣ ਹੋ ਗਿਆ। ਠੀਕ ਹੈ, ਜਿਵੇਂ ਸ਼ੇਰ ਦੇ ਗੱਜਣ ਦੇ ਨਾਲ ਹਿਰਨਾਂ ਭੱਜ ਜਾਂਦੀਆਂ ਨੇ, ਉਵੇਂ ਅਗਿਆਨਤਾ ਭੱਜ ਗਈ। ਜਿੱਥੇ ਜਿੱਥੇ ਬਾਬਾ ਜੀ ਨੇ ਪੈਰ ਧਰਿਆ ਉੱਥੇ ਸਾਰੇ ਪੂਜਾ ਹੋਣ ਲੱਗ ਗਈ। ਜਿਹੜੇ ਘਰ ਗਏ ਉੱਥੇ ਹੀ ਧਰਮਸ਼ਾਲਾ ਬਣ ਗਈ ਤੇ ਉੱਥੇ ਲੋਕ ਕੀਰਤਨ ਕਰਨ ਲੱਗ ਗਏ ਜਿਵੇਂ ਕਿ ਵਿਸਾਖੀ ਹੋਵੇ। ਬਾਬਾ ਨਾਨਕ ਨੇ ਚਾਰੇ ਦਿਸ਼ਾਵਾਂ ਅਤੇ ਪ੍ਰਿਥਵੀ ਦੇ 9 ਖੰਡ ਤੱਕ ਆਪਣਾ ਗਿਆਨ ਦਾ ਹਨੇਰਾ ਜਿਹੜਾ ਹੈਗਾ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੱਤਾ ਤੇ ਗਿਆਨ ਦਾ ਚਾਨਣ ਦੇ ਦਿੱਤਾ ਤੇ ਗੁਰੂ ਜੀ ਇਸ ਕਲਯੁਗ ਦੇ ਵਿੱਚ ਪ੍ਰਗਟ ਹੋਏ ਸੀ। ਸੋ ਤੁਹਾਡੇ ਤੋਂ ਇਹ ਔਖੇ ਸ਼ਬਦ ਵੀ ਪੁੱਛੇ ਜਾ ਸਕਦੇ ਨੇ। ਅੰਧੇਰ ਅੰਧੇਰਾ, ਪਲੋਆ ਮਤਲਬ ਦੂਰ ਹੋਇਆ, ਅੰਧੇਰ ਪਲੋਆ, ਸਿੰਘ ਸ਼ੇਰ, ਬੁੱਕੇ ਭਬਕੇ, ਮਿਰਗਾਵਲੀ ਮਤਲਬ ਹਿਰਨਾਂ ਦਾ ਸਮੂਹ, ਨਾ ਧੀਰ ਧਰੋਆ ਧੀਰਜ ਨਹੀਂ ਹੈ। ਸਿੱਧ ਆਸਣ, ਸਿੱਧ ਆਸਣ ਬੈਠਣ ਦੀ ਇੱਕ ਖਾਸ ਮੁਦਰਾ, ਆਸਣ ਥਾਂ, ਥਾਪਣ ਗੱਦੀ, ਧਰਮਸ਼ਾਲ ਮਤਲਬ ਧਰਮ ਦਾ ਅਸਥਾਨ, ਵਿਸੋਆ ਮਤਲਬ ਵਿਸਾਖੀ ਭਾਵ ਸਾਲ ਦਾ ਨਵਾਂ ਦਿਨ, ਚਾਰ ਚੱਕ ਭਾਵ ਚਾਰ ਦਿਸ਼ਾਵਾਂ, 9 ਖੰਡ ਭਾਵ ਪ੍ਰਿਥਵੀ ਦੇ 9 ਭਾਗ, ਭਰਤ ਤੇ ਲਾਵ੍ਰਿਤ ਕਿ ਪੁਰਸ਼ ਹੋ ਗਿਆ, ਭਦਰ, ਕੇਤੂਮਾਲ, ਹਰੇ, ਹੇੜੈ, ਰਮੈ ਅਤੇ ਕੁਸ਼। ਇਹ 9 ਖੰਡ ਨੇ ਪ੍ਰਿਥਵੀ ਦੇ। ਢੋਆ ਮਤਲਬ ਆਸਰਾ, ਕਿਸੇ ਨੇ ਢੋਈ ਨਹੀਂ ਦਿੱਤੀ। ਸਹਾਰਾ, ਕਲ ਮਤਲਬ ਕਲਯੁਗ। ਸੋ ਹੁਣ ਆਪਾਂ ਅੱਗੇ ਵਧਦੇ ਹਾਂ। ਇਹ ਤੁਹਾਡੀ ਪਾਠ ਪੁਸਤਕ ਪੁੱਛਿਆ ਜਾ ਸਕਦਾ, ਸਾਹਿਤ ਮਾਲਾ 10 ਦੇ ਵਿੱਚ ਹੈ। ਰਾਈਟਰ ਕੌਣ ਹੈ? ਭਾਈ ਗੁਰਦਾਸ ਜੀ। ਤੇ ਸ਼ਬਦ ਦਾ ਨਾਮ ਕੀ ਹੈ? ਰਚਨਾ ਦਾ ਨਾਮ ਕੀ ਹੈ? ਸਤਿਗੁਰੂ ਨਾਨਕ ਪ੍ਰਗਟਿਆ। ਲੋ ਜੀ, ਆਪਾਂ ਨੂੰ ਵੱਡੇ ਪ੍ਰਸ਼ਨ ਕਰਨ ਦੀ ਲੋੜ ਨਹੀਂ। ਟੈਸਟ ਬੁਕਲੇਟ ਕੁਐਸਚਨ, ਕਿਉਂਕਿ ਤੁਹਾਨੂੰ 1 ਨੰਬਰ ਵਾਲੇ ਪ੍ਰਸ਼ਨ ਆਉਣਗੇ। ਠੀਕ ਹੈ, ਤੁਹਾਨੂੰ ਮੈਂ ਸਾਰਾ ਕੁਝ ਕੇਂਦਰੀ ਭਾਵ ਵੀ ਸਮਝਾ ਦਿੱਤਾ। ਇਹ ਬਾਬਾ ਨਾਨਕ ਦੇਵ ਜੀ ਦੇ ਜਨਮ ਦੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਕੇ ਗਿਆਨ ਦੀ ਰੋਸ਼ਨੀ ਬਣ ਗਈ, ਆ ਗਈ। ਲੋਕਾਂ ਨੂੰ ਗਿਆਨ ਪ੍ਰਾਪਤ ਹੋ ਗਿਆ, ਨੌਲੇਜ ਹੋ ਗਈ। ਗੁਰੂ ਜੀ ਦੇ ਉਪਦੇਸ਼ ਅਤੇ ਵਿਚਾਰਾਂ ਨੇ ਧਾਰਮਿਕ ਪਖੰਡੀਆਂ ਦੇ ਪੈਰ ਉਖਾੜ ਦਿੱਤੇ, ਭਾਵ ਘਰ ਘਰ ਵਿੱਚ ਧਰਮਸ਼ਾਲਾ ਭਾਵ ਪੂਜਣ ਵਾਲੀ ਥਾਂ ਬਣ ਗਈ ਤੇ ਪਰਮਾਤਮਾ ਦਾ ਜਸ ਗਾਇਨ ਭਾਵ ਕੀਰਤਨ ਹੋਣ ਲੱਗ ਗਿਆ। ਸੋ ਹੁਣ ਆਪਾਂ 1 ਮਾਰਕਸ ਵਾਲੇ ਕੁਐਸਚਨ ਕਰਦੇ ਹਾਂ। ਸਤਿਗੁਰੂ ਨਾਨਕ ਪ੍ਰਗਟਿਆ ਕਿਸ ਦੀ ਰਚਨਾ ਹੈ? ਭਾਈ ਗੁਰਦਾਸ ਜੀ ਦੀ। ਭਾਈ ਗੁਰਦਾਸ ਜੀ ਦੀ ਰਚਨਾ ਦਾ ਨਾਮ ਸਤਿਗੁਰੂ ਨਾਨਕ ਪ੍ਰਗਟਿਆ। ਜਿਉਂ ਘਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਆ ਤੁਕ ਕਿਸ ਦੀ ਹੈ? ਭਾਈ ਗੁਰਦਾਸ ਜੀ ਦੀ। ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ? ਹਾਂਜੀ, 40। ਹਾਂਜੀ, ਭਾਈ ਗੁਰਦਾਸ ਜੀ ਦਾ ਜਨਮ
1559 ਐਂਡ ਭਾਈ ਗੁਰਦਾਸ ਜੀ ਦਾ ਦੇਹਾਂਤ ਕਦੋਂ ਹੋਇਆ ਸੀ 1637 ਈਸਵੀ ਦੇ ਵਿੱਚ। ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਕਿਹੜਾ ਹਨੇਰਾ ਦੂਰ ਹੋਇਆ ਅਗਿਆਨਤਾ ਦਾ, ਭਾਵ ਗਿਆਨ ਨਹੀਂ ਅਗਿਆਨਤਾ ਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਕਿਸ ਯੁੱਗ ਵਿੱਚ ਪ੍ਰਗਟ ਹੋਏ ਸੀ? ਲਾਸਟ ਲਾਈਨ ਕਲ ਯੁੱਗ ਵਿੱਚ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਦਾ ਨਾਲ ਕਿਹੜਾ ਚਾਨਣ ਹੋਇਆ? ਗਿਆਨ ਦਾ। ਭਾਈ ਗੁਰਦਾਸ ਜੀ ਦੀ ਰਚਨਾ ਨੂੰ ਕਿਸ ਦੀ ਕੁੰਜੀ ਕਿਹਾ ਜਾਂਦਾ ਹੈ? ਗੁਰਬਾਣੀ ਦੀ, ਭਾਵ ਗੁਰਬਾਣੀ ਦੀ ਕੁੰਜੀ ਆ ਸ਼੍ਰੀ ਭਾਈ ਗੁਰਦਾਸ ਜੀ ਦੀ ਰਚਨਾ, ਭਾਵ ਕੁੰਜੀ ਲਗਾਓ ਐਂਡ ਗੁਰਬਾਣੀ ਜੀ ਦਾ ਜਿੰਦਾ ਜਿਹੜਾ ਹੈਗਾ ਖੁੱਲ ਗਿਆ ਐਂਡ ਤੁਹਾਨੂੰ ਨੌਲੇਜ ਹੋ ਜਾਏਗੀ ਭਾਈ ਗੁਰਦਾਸ ਜੀ ਦੇ ਰਚਨਾ ਤੋਂ ਹੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਸੀ 40। ਭਾਈ ਗੁਰਦਾਸ ਜੀ ਰਿਸ਼ਤੇ ਵਿੱਚ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸੀ? ਭਤੀਜੇ ਲੱਗਦੇ ਸੀ। ਭਾਈ ਗੁਰਦਾਸ ਜੀ ਨੇ ਕਿਸ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ? ਗੁਰਮਤ ਦੇ, ਭਾਵ ਗੁਰੂ ਦੇ ਮਤ ਦੇ। ਠੀਕ ਹੈ, ਜਿਵੇਂ ਸੂਫੀ ਹੈਗਾ ਉਹ ਇਸਲਾਮ ਧਰਮ ਦਾ, ਗੁਰਮਤ ਹੈਗਾ ਸਿੱਖ ਧਰਮ ਦਾ। ਲਾਈਨ ਪੂਰੀ ਕਰੋ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪਿਆਂ ਦੇਰ ਭੁਲੋਆ, ਬਾਬੇ ਤਾਰੇ ਚਾਰ ਚੱਕ। ਚਾਰ ਚੱਕ ਮਤਲਬ ਚਾਰ ਦਿਸ਼ਾਵਾਂ। ਸੋ ਰਚਨਾ ਗੁਰੂ ਨਾਨਕ ਦੇਵ ਜੀ ਦੀ ਗਲਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਤਿਯੁਗ ਜਨਮ ਲਿਆ, ਗਲਤ ਹੈ। ਜਨਮ ਲਿਆ ਸੀ ਕਲਯੁਗ ਦੇ ਵਿੱਚ। ਸੋ 2-3 ਕਿਤਾਬਾਂ ਕੰਸਰਨ ਕੀਤੀਆਂ ਨੇ 1 ਨੰਬਰ ਵਾਲੇ ਪ੍ਰਸ਼ਨ ਦੀ ਧਿਆਨ ਦੇਣਾ। ਸਤਿਗੁਰੂ ਨਾਨਕ ਪ੍ਰਗਟਿਆ ਕਿਸ ਦੀ ਰਚਨਾ ਹੈ? ਹੋ ਗਿਆ ਹੈ ਭਾਈ ਗੁਰਦਾਸ ਜੀ ਦੀ ਰਚਨਾ, ਰਿਪੀਟਡ ਹੈ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪਿਆਂ ਧੁਰ ਪਲੋਆ, ਰਿਪੀਟਡ ਹੈ। ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਰਿਪੀਟਡ ਹੈ? ਭਾਈ ਗੁਰਦਾਸ ਜੀ ਦਾ ਜਨਮ ਰਿਪੀਟਡ ਹੈ ਐਂਡ ਦੇਹਾਂਤ ਇਹ ਵੀ ਰਿਪੀਟਡ ਹੈ। ਭਾਈ ਗੁਰਦਾਸ ਜੀ ਰਿਸ਼ਤੇ ਵਿੱਚ ਵੀ ਰਿਪੀਟਡ ਹੈ। ਭਾਈ ਗੁਰੂ ਅਮਰਦਾਸ ਜੀ ਦੇ ਭਤੀਜੇ ਲੱਗਦੇ ਸੀ। ਸੋ ਭਾਈ ਗੁਰਦਾਸ ਜੀ ਸ਼੍ਰੀ ਗੁਰੂ ਅਮਰਦਾਸ ਜੀ ਕਿਸ ਘਰਾਣੇ ਦੇ ਵਿੱਚ? ਭਾਈ ਗੁਰਦਾਸ ਜੀ ਭੱਲਾ ਘਰਾਣੇ ਦੇ ਵਿੱਚ ਪੈਦਾ ਹੋਏ ਸੀ ਐਂਡ ਸਿੱਖ ਮਤ ਦਾ ਪ੍ਰਚਾਰ ਕਰਦੇ ਸੀ। 40 ਵਾਰਾਂ ਲਿਖੀਆਂ ਸੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਕਿਹੜੀ ਪੰਜਾਬੀ 'ਚ? ਟਕਸਾਲੀ। ਟਕਸਾਲੀ ਬੋਲੀ ਪਤਾ ਕਿਹੜੀ ਹੁੰਦੀ ਹੈ ਬੇਟਾ? ਜਿਹੜੀ ਕਿ ਤੁਹਾਡੀ ਕਿਤਾਬਾਂ 'ਤੇ ਲਿਖੀ ਜਾਂਦੀ ਹੈ। ਡਾਇਲੈਕਟ ਲੈਂਗੁਏਜ ਹੁੰਦੀ ਹੈ, ਉਪਭਾਸ਼ਾ, ਮਾਝਾ, ਮਾਲਵਾ, ਦੁਆਬਾ, ਪੁਆਧ। ਕੋਈ ਕਹਿੰਦਾ ਡਿਆ, ਕੋਈ ਗਿਆ, ਕੋਈ ਕਿਵੇਂ ਬੋਲਦਾ, ਪਰ ਜਦੋਂ ਕਿਤਾਬ ਦੇ ਵਿੱਚ ਭਾਸ਼ਾ ਆਉਂਦੀ ਹੈ ਇੱਕੋ ਹੀ ਭਾਸ਼ਾ ਹੁੰਦੀ ਹੈ। ਟਕਸਾਲੀ ਭਾਸ਼ਾ ਦੇ ਵਿੱਚ ਵਾਰਾਂ ਲਿਖੀਆਂ ਸੀ। ਭਾਈ ਗੁਰਦਾਸ ਜੀ ਨੇ ਗੁਰਬਾਣੀ ਦੇ ਕਿਸ ਪੱਖ ਦੀ ਵਿਆਖਿਆ ਕੀਤੀ? ਸਿਧਾਂਤਕ ਦੀ। ਸਿਧਾਂਤਾਂ ਦੀ ਗੱਲ ਕੀਤੀ, ਕੋਈ ਰੂੜੀਵਾਦੀ ਗੱਲ ਨਹੀਂ ਕੀਤੀ। ਤਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕਿਸ ਦੀ ਸਿੱਖਿਆ ਦਿੱਤੀ? ਸਦਾਚਾਰ ਦੀ, ਅੱਛੇ ਆਚਰਣ ਦੀ। ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਸੂਰਜ ਚੜ੍ਹਨ ਨਾਲ ਕੀ ਹੁੰਦਾ ਹੈ? ਕੀ ਦੂਰ ਹੁੰਦਾ ਹੈ? ਹਨੇਰਾ। ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਘਰ ਘਰ ਅੰਦਰ ਕੀ ਬਣ ਗਿਆ? ਧਰਮਸ਼ਾਲ ਜਾਂ ਧਰਮਸ਼ਾਲਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਦਿਸ਼ਾਵਾਂ ਨੂੰ ਲੋਕਾਂ ਨੂੰ ਤਾਰ ਦਿੱਤਾ? 4। ਉੱਤਰ, ਦੱਖਣ, ਪੂਰਬ, ਪੱਛਮ। 4 ਕੂਟ ਦੀ ਗੱਲ ਕਰਦੇ ਹਾਂ ਨਾ ਆਪਾਂ। ਸੋ ਭਾਈ ਗੁਰਦਾਸ ਜੀ ਕਿੰਨਾਂ ਭਾਸ਼ਾਵਾਂ ਦੇ ਵਿਦਵਾਨ ਸਨ? ਸੰਸਕ੍ਰਿਤ, ਬ੍ਰਜ, ਫਾਰਸੀ, ਪੰਜਾਬੀ। ਇਹਨਾਂ ਦੇ ਚੋਖਾ ਗਿਆਨ ਸੀ ਇਹਨਾਂ ਨੂੰ। ਸੰਸਕ੍ਰਿਤ, ਬ੍ਰਜ, ਫਾਰਸੀ ਅਤੇ ਪੰਜਾਬੀ। ਭਾਈ ਗੁਰਦਾਸ ਜੀ ਸਿੱਖ ਮਤ ਦੇ ਪ੍ਰਚਾਰ ਲਈ ਕਿੰਨਾਂ ਥਾਵਾਂ ਤੇ ਗਏ ਸੀ? 3। ਆਗਰਾ, ਬਨਾਰਸ ਅਤੇ ਉਜੈਨ। ਆਗਰੇ ਦਾ ਪੇਠਾ ਹੈ, ਬਨਾਰਸ ਯਾਦ ਹੈ, ਬਨਾਰਸ, ਉਜੈਨ। ਸੋ ਕਿਸ ਗ੍ਰੰਥ ਨੂੰ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਆਪਣੇ ਹੱਥ ਨਾਲ ਲਿਖਿਆ ਸੀ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 19 ਸਾਲ ਦਿੱਤੇ ਸੀ ਆਪਣੇ। 1604 ਈਸਵੀ ਦੇ ਵਿੱਚ ਤਿਆਰ ਹੋਏ ਸੀ। ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਸੰਪਾਦਨਾ ਕੀਤੀ ਸੀ। ਸੋ ਸਤਿਗੁਰੂ ਨਾਨਕ ਕਹਿੰਦੇ ਨੇ ਜਿੱਥੇ ਜਿੱਥੇ ਗਏ ਉਹ ਥਾਂ ਕਿਹੋ ਜਿਹੀ ਹੋ ਗਈ? ਉਹ ਥਾਂ ਹੋ ਗਈ ਪੂਜਣਯੋਗ, ਔਰ ਘਰ ਘਰ ਦੇ ਵਿੱਚ ਕੀਰਤਨ ਹੋਣ ਲੱਗ ਗਿਆ। ਸੋ ਇਹ ਜਿਹੜੇ ਵੱਡੇ ਕੁਐਸਚਨ ਨੇ ਇਹਨਾਂ ਨੂੰ ਆਪਾਂ ਸਕਿਪ ਕਰਦੇ ਹਾਂ ਕਿਉਂਕਿ ਸਾਰੇ ਛੋਟੇ ਕੁਐਸਚਨ ਇਹਦੇ ਵਿੱਚ ਹੀ ਆ ਜਾਣਗੇ। ਇਹ ਦੂਸਰੀ ਕਿਤਾਬ ਹੈ ਬੇਟਾ। ਇਹਦੇ ਵਿੱਚ ਮੈਂ ਜਿਵੇਂ SP ਦੀ ਕਿਤਾਬ ਹੋ ਗਈ, ਨਿਊ ਪਬਲਿਕ ਦੀ ਕਿਤਾਬ ਹੋ ਗਈ। ਇੱਕ ਨਾ ਮੈਂ ਤੁਹਾਨੂੰ ਦੱਸ ਰਿਹਾ ਦੈਟ ਯੂਅਰ ਚੋਇਸ, ਵੋਹਰਾ ਪਬਲਿਸ਼ਿੰਗ ਦੀ ਨਾ ਕਾਫੀ ਅੱਛੀ ਬੁੱਕ ਆਈ ਹੈ ਜਿਹਦੇ 'ਚ ਉਹਨਾਂ ਨੇ ਸੈਂਪਲ ਪੇਪਰ ਕਾਫੀ ਦਿੱਤੇ ਹੋਏ। ਸੋਲਡ ਐਂਡ ਬਹੁਤ ਅੱਛੀ ਹੈ। ਮੈਂ ਤੁਹਾਨੂੰ ਜ਼ਰੂਰ ਕਹਾਂਗਾ ਕਿ ਅਗਰ ਤੁਸੀਂ ਲੈ ਸਕਦੇ ਹੋ ਤਾਂ ਲੈ ਲਿਓ, ਵੋਹਰਾ ਪਬਲੀਕੇਸ਼ਨ। ਸੋ ਭਾਈ ਗੁਰਦਾਸ ਜੀ ਦੀ ਰਚਨਾ ਕਿਤਾਬ ਕਿਹੜੀ ਹੈ? ਸਾਹਿਤਮਾਲਾ ਭਾਗ 10। ਕਿਹੜਾ ਘਰਾਣੇ 'ਚ ਜਨਮ ਹੋਇਆ? ਭੱਲਾ ਘਰਾਣੇ। ਭਾਈ ਗੁਰਦਾਸ ਜੀ ਕਿਸ ਦੇ ਭਤੀਜੇ ਸੀ? ਸ਼੍ਰੀ ਗੁਰੂ ਅਮਰਦਾਸ ਜੀ ਦੇ। ਕੀ ਸਿੱਖ ਧਰਮ ਦੇ ਪ੍ਰਚਾਰ ਲਈ ਭਾਈ ਗੁਰਦਾਸ ਈਰਾਨ ਗਏ? ਨੋ। 3 ਥਾਵਾਂ ਦੇ ਉੱਤੇ ਗਿਆ ਸੀ ਉਹ। ਭਾਈ ਗੁਰਦਾਸ ਜੀ ਨੇ ਟਕਸਾਲੀ ਪੰਜਾਬੀ 'ਚ ਕਿੰਨੀਆਂ ਵਾਰਾਂ ਲਿਖੀਆਂ? 40। ਵਾਰ ਮਤਲਬ ਬਹਾਦਰੀ ਦੇ ਗੀਤ। ਸੋ ਭਾਈ ਗੁਰਦਾਸ ਜੀ ਨੇ ਆਪਣੀ ਰਚਨਾਵਾਂ ਵਿੱਚ ਕਿਸ ਮੱਤ ਦਾ ਸਿਧਾਂਤ ਕੀਤਾ? ਸਿੱਖ ਮੱਤ ਦਾ। ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਕਿਹਦੀ ਪੂੰਜੀ ਆਖਦੇ ਸਨ? ਗੁਰਬਾਣੀ ਦੀ ਕੁੰਜੀ ਆਖਿਆ ਜਾਂਦਾ ਹੈ, ਗੁਰਬਾਣੀ ਦੀ। ਪਲੋਆ ਮਤਲਬ ਦੂਰ ਹੋਆ। ਤਾਰੇ ਛਪੇ ਅੰਧੇਰ ਪਲੋਆ, ਅੰਧੇਰਾ ਚਲਾ ਗਿਆ, ਦੂਰ ਹੋ ਗਿਆ, ਹਟ ਗਿਆ। ਭਾਈ ਗੁਰਦਾਸ ਜੀ ਅਕਾਲ ਚਲਾਣਾ ਕਰ ਗਏ ਸੀ 1636 ਈਸਵੀ ਦੇ ਵਿੱਚ ਲਿਖਿਆ ਨੋ। ਇਹਨੂੰ ਕਲੀਅਰ ਕਰੀਏ। ਇੱਥੇ ਇਹਨਾਂ ਨੇ 1636 ਲਿਖਿਆ ਹੋਇਆ। ਲੈਟ ਮੀ ਕਲੀਅਰ।
37 ਸੀ 1637 ਈਸਵੀ ਸੀ। ਸੋ ਭਾਈ ਗੁਰਦਾਸ ਜੀ ਅਕਾਲ ਚਲਾਣ ਕੀਤੇ ਸੀ 1637 ਈਸਵੀ 'ਚ। ਇਹਨੂੰ ਮੰਨੋ ਨਾ 1637 ਆਏਗਾ। ਠੀਕ ਹੈ। ਬਾਕੀ ਇੱਕ ਵਾਰ ਕਿਤਾਬ ਚੱਕ ਲੈਣਾ। ਕਈ ਵਾਰ ਕੀ ਹੁੰਦਾ ਕੁਝ ਕਿਤਾਬਾਂ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਨੋਟ ਜ਼ਰੂਰ ਕਰਨਾ ਚਾਹੀਦਾ, ਦੇਖਣਾ ਚਾਹੀਦਾ। ਸੋ ਭਾਈ ਗੁਰਦਾਸ ਜੀ ਨੇ ਜਿਹੜੇ ਸਵਈਏ ਲਿਖੇ ਸੀ ਕਿਸ ਭਾਸ਼ਾ 'ਚ ਲਿਖੇ ਸੀ? ਬ੍ਰਜ ਭਾਸ਼ਾ ਦੇ ਵਿੱਚ ਲਿਖੇ ਸੀ। ਸੂਰਜ ਦੇ ਨਿਕਲਣ ਸਾਰ ਕੀ ਅਲੋਪ ਹੋ ਜਾਂਦਾ ਹੈ? ਤਾਰੇ। ਸੋ ਇੱਥੇ ਤਾਰਿਆਂ ਨੂੰ ਅਗਿਆਨਤਾ ਆਖਿਆ ਗਿਆ, ਬੁਰਾਈ ਆਖਿਆ ਗਿਆ। ਸ਼ੇਰ ਦੇ ਉੱਚੀ ਆਵਾਜ਼ ਕੱਢਣ ਨੂੰ ਕੀ ਆਖਦੇ ਨੇ? ਦਹਾੜਨਾ, ਰੋਰਿੰਗ। ਸੋ ਭਾਈ ਗੁਰਦਾਸ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਕਿਸ ਦੀ ਨਿਖੇਧੀ ਕੀਤੀ ਸੀ? ਦੁਰਾਚਾਰ ਦੀ। ਭਾਵ ਸਦਾਚਾਰ ਰੱਖਣਾ ਚਾਹੀਦਾ ਹੈ, ਦੁਰਾਚਾਰ ਨਹੀਂ ਕਰਨਾ ਚਾਹੀਦਾ, ਚੰਗਾ ਆਚਰਨ ਰੱਖਣਾ ਚਾਹੀਦਾ। ਸ਼ੇਰ ਨੂੰ, ਸ਼ੇਰ ਦਾ ਸਮਾਨਾਰਥੀ ਹੈਗਾ ਸਿੰਘ ਬੁੱਕੇ, ਮਿਰਗਾਵਲੀ ਭੰਨੀ ਜਾਏ ਨਾ ਭੀਰ ਧਰੋ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਦੂਰ ਕਰਨ ਲਈ ਅਵਤਾਰ ਧਾਰਿਆ ਸੀ? ਅਗਿਆਨਤਾ ਰੂਪੀ ਹਨੇਰੇ ਨੂੰ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਘਰ ਘਰ ਕੀ ਹੋਣ ਲੱਗਿਆ? ਕੀਰਤਨ ਹੋਣ ਲੱਗ ਗਿਆ। ਤੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨ ਕਰਕੇ ਲੋਕਾਈ ਦਾ, ਲੋਕਾਂ ਦਾ, ਹਿਊਮੈਨਿਟੀ ਦਾ ਕੀ ਕੀਤਾ? ਉਦਾਰ ਕੀਤਾ। ਠੀਕ ਹੈ। ਸਤਿਗੁਰੂ ਨਾਨਕ ਪ੍ਰਗਟਿਆ ਰਚਨਾ 'ਚ ਕਿਹੜੇ ਮਨੁੱਖੀ ਸਰੀਰਕ ਅੰਗ ਦਾ ਜ਼ਿਕਰ ਕੀਤਾ ਹੈ? ਪੈਰ ਦਾ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਇਨ ਦਾ ਸੈਂਸ ਕਿ ਜਿੱਥੇ ਜਿੱਥੇ ਬਾਬਾ ਜੀ ਗਏ ਪੈਰ ਧਰੇ, ਇਨ ਦਾ ਸੈਂਸ ਪੈਰ ਧਰੇ, ਇਕੱਲੇ ਪੈਰ ਥੋੜਾ, ਖੁਦ ਬਾਬਾ ਜੀ ਗਏ ਜਿੱਥੇ ਜਿੱਥੇ ਉਹ ਗਏ ਉੱਥੋਂ ਦੀ ਜਗ੍ਹਾ ਜਿਹੜੀ ਮਿੱਟੀ ਜਿਹੜੀ ਸੀਗੀ ਉੱਥੇ ਧਾਰਮਿਕ ਸਥਾਨ ਬਣ ਗਏ। ਧੀਰਜ ਮਤਲਬ ਹੌਸਲਾ, ਪੇਸ਼ੈਂਸ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਦਿਸ਼ਾਵਾਂ ਤਾਰੀਆਂ? 4 ਕੂਟ, 4 ਉੱਤਰ ਦੱਖਣ ਪੂਰਬ ਪੱਛਮ। ਸੋ ਸਤਿਗੁਰੂ ਨਾਨਕ ਪ੍ਰਗਟਿਆ ਰਚਨਾ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਕਿਸ ਤਰ੍ਹਾਂ ਦੀ ਬਿਆਨ ਕੀਤੀ ਹੈ? ਅਦੁੱਤੀ। ਦੁੱਤੀ ਨਹੀਂ, ਅਦੁੱਤੀ। ਅਦੁੱਤੀ ਜਿਹੜੀ ਹੈਗੀ ਆ ਉਹਨਾਂ ਦੀ ਸ਼ਖਸੀਅਤ ਬਿਆਨ ਕੀਤੀ ਗਈ ਹੈ। ਸੋ ਵਿਦਿਆਰਥੀਓ ਇਹ ਸੀ 2-3 ਕਿਤਾਬਾਂ ਜਿਹਦੇ ਵਿੱਚੋਂ ਮੈਂ ਇੱਕ ਸੀ ਐਕੂਰੇਟ ਦੀ, ਇੱਕ SP ਦੀ, ਇੱਕ ਨਿਊ ਪਬਲਿਕ ਦੀ, ਜਿਹਦੇ ਵਿੱਚ ਛੋਟੇ ਛੋਟੇ ਪ੍ਰਸ਼ਨ ਤੁਹਾਡੇ ਮੈਕਸੀਮਮ ਜਿਹੜੇ ਹੈਗੇ ਕਵਰ ਹੋ ਗਏ। ਮੇਨ ਗੱਲ ਇਹ ਹੈ ਬੇਟਾ ਕਿ ਤੁਹਾਨੂੰ ਕਵਿਤਾ ਚੰਗੇ ਤਰੀਕੇ ਨਾਲ ਆਉਣੀ ਚਾਹੀਦੀ ਹੈ। ਆਪਣੇ ਆਪ ਹੀ ਪ੍ਰਸ਼ਨ ਜਿੱਥੋਂ ਮਰਜ਼ੀ ਆ ਜਾਏ ਤੁਸੀਂ ਕਰ ਸਕਦੇ ਹੋ। ਪ੍ਰਸ਼ਨ ਦੀ ਤਿਆਰੀ ਬੇਟਾ ਇੱਕ ਗੱਲ ਯਾਦ ਰੱਖਿਓ, ਮੈਂ ਹੁਣ ਵੀ ਬੱਚਿਆਂ ਦੇ ਪੇਪਰ ਚੈੱਕ ਕਰਕੇ ਆਇਆ, ਗਲਤੀਆਂ ਹੁੰਦੀਆਂ ਨੇ, ਬਸ ਗਲਤੀਆਂ ਨੂੰ ਤੁਸੀਂ ਸੁਧਾਰਨਾ ਪੈਣਾ ਤੁਹਾਨੂੰ। ਬਿਨਾਂ ਗਲਤੀ ਸੁਧਾਰੇ ਤੁਸੀਂ ਜਿਹੜੇ ਹੈਗੇ ਅੱਛੇ ਨੰਬਰ ਨਹੀਂ ਲੈ ਸਕਦੇ। ਸੋ ਨੈਕਸਟ ਵੀਡੀਓ ਦੇ ਵਿੱਚ ਦੂਸਰੀ ਕਵਿਤਾ ਨੂੰ ਲੈ ਕੇ ਮੈਂ ਬਹੁਤ ਜਲਦ ਆਊਂਗਾ। ਤਦ ਤੱਕ ਗੋਡ ਬਲੈਸ, ਖੁਸ਼ ਰਹੋ, ਟੇਕ ਕੇਅਰ। ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਰਿਟਨ ਜਿਹੜੀ ਹੈਗੀ ਤਿਆਰੀ, ਰਿਟਨ ਤਿਆਰੀ ਜ਼ਰੂਰ ਕਰੋ। ਗੋਡ ਬਲੈਸ।